ਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ ਤੇ ਫਿਰ ਜੇ ਤੁਸੀਂ ਕਹੋ ਵੀ ਸਿੱਖ ਕੋਈ ਧਰਮ ਹੀ ਨਹੀਂ ਆ। ਸੋ ਇਹ ਤਾਂ ਵਿਪਰਵਾਦ ਦੇ ਗੁੰਡੇ ਆ। ਆਪਾਂ ਨੂੰ ਐਂ ਲੱਗਦਾ ਵੀ ਇਹਨਾਂ ਨੂੰ ਕੁਝ ਨਹੀਂ ਪਤਾ, ਇਹਨਾਂ ਨੂੰ ਸਭ ਪਤਾ ਵੀ ਜੇ 100 ਬੰਦੇ ਆ 100 ਚ 10 ਤਾਂ ਮੰਨ ਜਾਣਗੇ ਵੀ ਸਿੱਖ ਤਾਂ ਧਰਮ ਹੀ ਨਹੀਂ। ਮੇਰੀ ਬੇਦੀ ਨਾਲ ਤੁਹਾਡੀ ਗੱਲਬਾਤ ਹੋਈ ਆ, ਕਹਿ ਲਓ ਆਰਗੂਮੈਂਟ ਜਾਂ ਡਿਸਕਸ਼ਨ ਹੋਇਆ ਆਰਐਸਐਸ ਪੰਥ ਚ ਬੜੀ ਹੋਈ ਆ, ਤੁਸੀਂ ਇਹ ਕਹਿ ਰਹੇ ਹੋ। ਹਾਂਜੀ, ਤਾਂ ਤੁਹਾਨੂੰ ਲੱਗਦਾ ਕਦੇ ਪੰਥ ਤੇ ਉਹ ਕਬਜ਼ਾ ਕਰ ਸਕਦੀ ਹੈਗੀ? ਕਬਜ਼ਾ ਕੀਤਾ ਹੋਇਆ ਕਰ ਕੀ ਸਕਦੇ ਆ। ਆਰਐਸਐਸ ਨੇ ਆਪਦੀ ਵਿਚਾਰਧਾਰਾ ਫੈਲਾਉਣੀ ਆ। ਜੇ ਉਹਨਾਂ ਦੇ ਬੀਜੇਪੀ ਲੋਟ ਆਉਂਦੀ ਆ ਤਾਂ ਬੀਜੇਪੀ ਵਾਲੇ ਪਾਸੇ ਹੋ ਜਾਂਦੇ, ਜੇ ਕਾਂਗਰਸ ਲੋਟ ਆਉਂਦੀ ਆ ਕਿਤੇ। ਐਗਤੀ ਪੰਜਾਬ ਦੀਆਂ ਚੋਣਾਂ 'ਚ ਉਹਨਾਂ ਨੇ ਕਾਂਗਰਸ ਦੀ ਸ਼ਰੇਆਮ ਮਦਦ ਕੀਤੀ ਆ। ਕਦੇ ਅਸੀਂ ਚੱਕ ਸਕਦੇ ਸੀ ਸਵਾਲ? ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਰਐਸਐਸ ਚਲਾਉਂਦੀ ਹੈ? ਨਹੀਂ। ਧਰਮ ਜਿਹੜਾ ਉਹ ਸਾਡੀ ਸਿਰ ਦੀ ਪੱਗ ਆ, ਸਿਆਸਤ ਆ ਪੈਰਾਂ ਦੀ ਜੁੱਤੀ ਆ। ਜਿਹੜੀ ਪੰਜਾਬ ਦੀ ਸਿਆਸਤ ਆ ਉੱਥੇ ਅਸੀਂ ਪੱਗ ਨੂੰ ਪੈਰਾਂ 'ਚ ਰੱਖਤਾ ਤੇ ਜੁੱਤੀ ਨੂੰ ਸਿਰ ਤੇ ਰੱਖੀ ਫਿਰਦੇ ਆ। ਇਹ ਤਾਂ ਹੈ ਹੀ ਹੈ। ਜੇ ਪੰਥ ਹੀ ਨਹੀਂ ਰਹਾ ਤਾਂ ਗ੍ਰੰਥ ਕੌਣ ਮੰਨੇਗਾ? ਗ੍ਰੰਥ ਨਹੀਂ ਰਹਾ ਤਾਂ ਪੰਥ ਕਿੱਥੋਂ ਰਹਿ ਜਾਊਗਾ? ਤੇ ਦੋਨੇ ਪਾਸਿਓਂ ਹਮਲਾ ਕਰ ਰਹੇ ਆ। ਆਰਐਸਐਸ ਨੂੰ ਲੈ ਕੇ ਸਿੱਖਾਂ 'ਚ ਹਮੇਸ਼ਾ ਸਵਾਲ ਉੱਠਦੇ ਰਹੇ ਨੇ। ਹੁਣ ਪ੍ਰੋ ਪੰਜਾਬ ਟੀਵੀ ਦੇ ਉੱਤੇ ਆਰਐਸਐਸ ਮੁਖੀ ਬ੍ਰਿਜਭੂਸ਼ਣ ਸਿੰਘ ਬੇਦੀ ਨੇ ਕਿਹਾ ਕਿ ਸਿੱਖ ਕੋਈ ਧਰਮ ਨਹੀਂ ਆ। ਸਿੱਖ ਸਮਝਣ, ਪਰ ਆਰਐਸਐਸ ਇਹ ਸਮਝਦੀ ਹੈ ਕਿ ਸਿੱਖ ਕੋਈ ਧਰਮ ਨਹੀਂ ਹੈ। ਹੋਰ ਵੀ ਬਹੁਤ ਸਾਰੇ ਸਵਾਲ ਉਹਨਾਂ ਨੇ ਉਠਾਏ ਨੇ। ਦੀਪ ਸਿੱਧੂ ਮੋਰਚਾ ਚਲਾ ਰਹੇ ਨੇ ਸ਼ੰਭੂ ਬੈਰੀਅਰ ਦੇ ਉੱਤੇ, ਸਾਡੇ ਨਾਲ ਨੇ। ਦੀਪ ਸਿੱਧੂ ਪਹਿਲਾਂ ਬੀਜੇਪੀ ਦੇ ਨੇੜੇ ਤੇੜੇ ਰਹੇ, ਤਾਂ ਓਬਵੀਅਸਲੀ ਹੈ ਆਰਐਸਐਸ ਦੇ ਲੀਡਰਾਂ ਨੂੰ ਵੀ ਮਿਲਦੇ ਹੋਣਗੇ। ਆਰਐਸਐਸ ਨੂੰ ਕਿੰਨਾ ਜਾਣਦੇ ਨੇ, ਆਰਐਸਐਸ ਕੀ ਕਹਿੰਦੀ ਹੈ, ਕਿਉਂ ਕਰਦੀ ਹੈ, ਬਹੁਤ ਸਾਰੀਆਂ ਗੱਲਾਂ ਦੀਪ ਸਿੱਧੂ ਆਪਣੇ ਮੋਰਚੇ 'ਚ ਵੀ ਕਹਿੰਦੇ ਨੇ। ਸਾਡੇ ਨਾਲ ਨੇ ਦੀਪ ਸਿੱਧੂ, ਉਹਨਾਂ ਦੇ ਮੋਰਚੇ 'ਤੇ ਆਏ ਆ ਗੱਲਬਾਤ ਕਰਨ ਦੇ ਲਈ। ਬਾਈ ਜੀ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਦੇ ਉੱਤੇ। ਸਤਿ ਸ਼੍ਰੀ ਅਕਾਲ ਬਾਈ, ਧੰਨਵਾਦ। ਤੇ ਮੈਂ ਸਭ ਤੋਂ ਪਹਿਲਾਂ ਸਵਾਲ ਇਹੀ ਕਿ ਦੀਪ ਸਿੱਧੂ ਬਹੁਤ ਸਾਰੀਆਂ ਗੱਲਾਂ ਉਸ ਹਵਾਲੇ ਨਾਲ ਕਰਦਾ ਰਿਹਾ ਕਿ ਉਹ ਕੀ ਨੇ, ਜਿਨ੍ਹਾਂ ਕੋਲੋਂ ਮੈਂ ਆਇਆ, ਮੈਥੋਂ ਗਲਤੀਆਂ ਹੋ ਗਈਆਂ, ਮੈਂ ਨਹੀਂ ਜਾਣਦਾ ਸੀ। ਹੁਣ ਤੁਸੀਂ ਉਹ ਇੰਟਰਵਿਊ ਦੇਖਿਆ? ਹਾਂਜੀ, ਮੈਂ ਬ੍ਰਿਜਭੂਸ਼ਣ ਸਿੰਘ ਬੇਦੀ ਦਾ ਇੰਟਰਵਿਊ ਦੇਖਿਆ ਜੋ ਮੋਟੀਆਂ ਗੱਲਾਂ ਨੇ। ਹਾਂਜੀ, ਤਾਂ ਕੀ ਪਹਿਲੇ ਮਤਲਬ ਇੱਕ ਇੰਟਰਵਿਊ ਦੇਖਣ ਦੇ ਤੌਰ ਤੇ, ਇੱਕ ਪਹਿਲੀ ਨਜ਼ਰ ਦੇ ਤੌਰ ਤੇ ਤੁਹਾਨੂੰ ਕੀ ਲੱਗਿਆਗਾ? ਮੈਨੂੰ ਐਂ ਲੱਗਿਆ ਵੀ ਪਹਿਲਾਂ ਤਾਂ ਐਡੀਆਂ ਬੇਬੁਨਿਆਦ ਗੱਲਾਂ, ਜਦੋਂ ਤੱਕ ਤੁਹਾਨੂੰ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਕਹੀ ਗਏ ਵੀ ਮੈਂ ਵੀ ਮੰਨਦਾ, ਨਤਮਸਤਕ ਹਾਂ, ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹਾਂ, ਫਿਰ ਤਾਂ ਜਿਹੜੇ ਵਿਪਰਵਾਦ ਦੀ ਉਹ ਸਾਰੀ ਹਿੰਦੁਸਤਾਨ 'ਚ, ਇਸ ਇੰਡੀਆ 'ਚ ਭਾਰਤੀ ਜਿਹਨੂੰ ਉਹ ਕਹਿੰਦੇ ਆ, ਉਹ ਵਿਪਰਵਾਦ ਨੂੰ ਲੈ ਕੇ ਉਸ ਵਿਚਾਰਧਾਰਾ ਨੂੰ ਫੈਲਾ ਰਹੇ ਆ। ਤੇ ਗੁਰਮਤ ਦੀ ਵਿਚਾਰਧਾਰਾ, ਇਹ ਤਾਂ ਇਕੱਠੀਆਂ ਰਹਿ ਹੀ ਨਹੀਂ ਸਕਦੀਆਂ। ਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ ਤੇ ਫਿਰ ਜੇ ਤੁਸੀਂ ਕਹੋ ਵੀ ਸਿੱਖ ਕੋਈ ਧਰਮ ਹੀ ਨਹੀਂ ਆ, ਫਿਰ ਇਦੋਂ ਵੱਡਾ ਬੇਬੁਨਿਆਦ ਗੈਰ ਜ਼ਿੰਮੇਦਾਰਾਨਾ ਸਟੇਟਮੈਂਟ ਆਪਾਂ ਕੀ ਕਹਿ ਸਕਦੇ ਹਾਂ, ਹਨਾ? ਉਹ ਵੀ ਇੱਕ ਆਰਐਸਐਸ ਦਾ ਮੁਖੀ ਇਹ ਗੱਲ ਕਹਿ ਰਿਹਾ। ਸੋ ਇਹ ਤਾਂ ਵਿਪਰਵਾਦ ਦੇ ਗੁੰਡੇ ਆ। ਜਿਹੜਾ ਇੱਕ ਵਿਚਾਰਧਾਰਾ ਦੇ ਨਾਂ ਤੇ, ਇੱਕ ਆਪਦੇ ਸਨਾਤਨ ਧਰਮ ਦੇ ਹੇਠਾਂ ਤੁਸੀਂ ਕਹਿ ਲਓ, ਹਾਲਾਂਕਿ ਉਹਦੀ ਇੰਟਰਪ੍ਰੀਟੇਸ਼ਨ ਬਹੁਤ ਆਪਦੇ ਹਿਸਾਬ ਨਾਲ ਘੜੀਆਂ ਹੋਈਆਂ ਗੱਲਾਂ, ਆਪਦੀਆਂ ਘੜੀਆਂ ਹੋਈਆਂ, ਹਨਾ? ਸੋ ਜਦੋਂ ਆਪਾਂ ਗੱਲ ਕਰਦੇ ਹਾਂ, ਗੁਰਮਤ ਦੀ ਗੱਲ ਕਰਦੇ ਹਾਂ, ਜਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਹਾਂ, ਗੁਰਮਤ 'ਚ ਗੁਰੂ ਨਾਨਕ ਸਾਹਿਬ ਨੇ ਕਦੇ ਕਿਸੇ ਧਰਮ ਦਾ ਖੰਡਨ ਤਾਂ ਨਹੀਂ ਕੀਤਾ ਨਾ। ਉਹਨਾਂ ਨੇ ਸਿਰਫ ਪ੍ਰਚਲਿਤ ਧਾਰਾਵਾਂ ਜਿਹੜੀਆਂ ਉਸ ਟਾਈਮ ਸੀ, ਜਾਂ ਇੱਕ ਇੰਟਰਪ੍ਰੀਟੇਸ਼ਨ ਜਿਹੜੀ ਲੋਕ ਸਮਝਦੇ ਸੀ, ਉਹਨਾਂ ਚੀਜ਼ਾਂ ਦਾ ਖੰਡਨ ਕੀਤਾ। ਉਹਨਾਂ ਨੇ ਜਨੇਊ ਪਾਉਣ ਤੋਂ ਮਨਾ ਕੀਤਾ। ਉਹਨਾਂ ਨੇ ਇਹ ਥੋੜ੍ਹੀ ਕਿਹਾ ਵੀ ਜਨੇਊ ਨਾ ਪਾਓ, ਪਰ ਕਿਹੜਾ ਜਨੇਊ ਪਾਓ ਜਿਹੜਾ ਸਦੀਵੀ ਹੋਵੇ, ਜਿਹਦੇ 'ਚ ਸਬਰ ਸੰਤੋਖ ਹੋਵੇ, ਜਿਹਦੇ 'ਚ ਤੁਹਾਡੇ 'ਚ ਇੱਕ ਸਹਿਣਸ਼ੀਲਤਾ ਲੈ ਕੇ ਆਵੇ, ਜਿਹੜਾ ਤੁਹਾਨੂੰ ਇਨਸਾਨੀਅਤ ਦੇ ਕਰੀਬ ਲੈ ਕੇ ਜਾਵੇ। ਹੁਣ ਜਦੋਂ ਆਪਾਂ ਇਹੋ ਜਿਹੀਆਂ ਸਟੇਟਮੈਂਟਸ ਕਹਾਂਗੇ, ਔਰ ਉਹ ਵੀ ਇੱਕ ਆਰਐਸਐਸ ਦਾ ਚੀਫ, ਦੇਖੋ ਇਹ ਆਪਾਂ ਨੂੰ ਐਂ ਲੱਗਦਾ ਵੀ ਇਹਨਾਂ ਨੂੰ ਕੁਝ ਨਹੀਂ ਪਤਾ, ਇਹਨਾਂ ਨੂੰ ਸਭ ਪਤਾ। ਕਿਉਂ ਕਹੀਆਂ ਜਾਂਦੀਆਂ ਗੱਲਾਂ, ਇਹ ਸਭ ਪਤਾ, ਕਿਉਂਕਿ ਇੱਕ ਸੈਟ ਆਫ ਪੀਪਲ ਜਿਹੜਾ, ਜਾਂ ਸੈਟ ਆਫ ਇੱਕ ਕਮਿਊਨਿਟੀ ਆ, ਉਹਦੇ ਅੰਦਰ ਕੁਝ ਲੋਕਾਂ ਦੇ ਅੰਦਰ ਇੱਕ ਇਹ ਕਨਫਿਊਜ਼ਨ ਕ੍ਰੀਏਟ ਕਰਨੀ ਹੁੰਦੀ ਆ ਵੀ ਜੇ 100 ਬੰਦੇ ਆ 100 ਚ 10 ਤਾਂ ਮੰਨ ਜਾਣਗੇ ਵੀ ਸਿੱਖ ਤਾਂ ਧਰਮ ਹੀ ਨਹੀਂ ਹੈ, ਹਨਾ? ਹੁਣ ਧਰਮ ਦੀ ਕਿਹਾ ਜਾਂਦਾ ਨਾ ਕਿ ਪਹਿਲਾਂ ਕਨਵਿੰਸ ਕਰੋ, ਜੇ ਕਨਵਿੰਸ ਨਹੀਂ ਹੁੰਦਾ ਤਾਂ ਕਨਫਿਊਜ਼ ਕਰ ਦਿਓ। ਨਹੀਂ, ਫਿਰ ਕਰਪਟ ਕਰ ਦਿਓ।
ਸੋ 3 ਸੀਜ਼ ਪਰ ਦੇ ਇਹ ਮੈਂ work ਗੱਲ on। ਪੁੱਛਣੀ ਚਾਹੁੰਦਾ ਕਿ ਹਾਂਜੀ। ਤੁਸੀਂ ਉੱਥੇ ਰਹੇ ਆਬਵੀਅਸਲੀ ਬਹੁਤ ਸਾਰੇ ਲੋਕ ਵਿਚਾਰਧਾਰਾ ਵਾਲੇ ਮੈਂ ਮਿਲਦੇ ਇਹਨਾਂ ਨੂੰ ਹੋਣਗੇ ਵੀ ਮਿਲਿਆ ਸੀ ਜੀ। ਮੈਂ ਤਾਂ ਹੀ ਕਹਿੰਦਾ ਇਹਨਾਂ ਨੂੰ ਵੀ ਮਿਲੇ ਹੋਏ ਆ। ਇਹਨਾਂ ਨੂੰ ਵੀ ਮਿਲਿਆ ਹੋਇਆ, ਇਹਨਾਂ ਨਾਲ ਬ੍ਰਿਜਭੂਸ਼ਣ ਮੇਰੀ ਬੇਦੀ ਨਾਲ ਤੁਹਾਡੀ ਗੱਲਬਾਤ ਹੋਈ ਆ? ਮੇਰੀ ਇਹਨਾਂ ਨਾਲ ਬਹੁਤ ਲੰਬੀ ਇੱਕ ਕਹਿ ਲਓ ਆਰਗੂਮੈਂਟ ਜਾਂ ਡਿਸਕਸ਼ਨ ਹੋਇਆ ਇਸੇ ਗੱਲ ਤੇ। ਜਦੋਂ ਇਹ ਜਿਹੜੀਆਂ ਅੱਜ ਤੁਹਾਡੀ ਇੰਟਰਵਿਊਜ਼ 'ਚ ਗੱਲਾਂ ਕਰੀ ਜਾਂਦੇ ਸੀ ਵੀ ਇਹਨਾਂ ਨੇ ਮੈਨੂੰ ਵੀ ਕਿਹਾ ਵੀ ਮੇਰੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ, ਮੈਂ ਪਹਿਲਾਂ ਵੀ ਇਹੀ ਗੱਲ ਕਹਿਣਾ ਹੁੰਦਾ ਵੀ ਅਸੀਂ ਦਾੜੇ ਪ੍ਰਕਾਸ਼ ਕਰ ਲਈਏ, ਅਸੀਂ ਦਸਤਾਰਾਂ ਸਜਾ ਲਈਏ, ਅਸੀਂ ਹੋਰ ਜਿਹੜਾ ਸਾਡੇ ਰਵਾਇਤਾਂ ਸਿੱਖ ਧਰਮ ਦੀਆਂ ਉਹਨਾਂ ਨੂੰ ਅਪਣਾ ਲਈਏ, ਉਹਨਾਂ ਤੋਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਆ ਜਦੋਂ ਅਸੀਂ ਕਹਿੰਦੇ ਅਸੀਂ ਵੱਖਰੇ ਆ, ਅਸੀਂ ਵਿਲੱਖਣ ਆ, ਸਾਡਾ ਧਰਮ ਵੱਖਰਾ ਤੇ ਸਾਡਾ ਸਿਧਾਂਤ ਵੱਖਰਾ ਤੇ ਉਹ ਨਿਆਰਾ। ਇਹ ਗੱਲ ਤਾਂ ਬਹੁਤ ਵੱਡੀ ਕੀ ਤੁਸੀਂ ਉਦੋਂ ਕਿਹਾ ਸੀ ਇਹ ਗੱਲ? ਬਿਲਕੁਲ ਕਿਹਾ ਸੀ ਜੀ ਇਹ ਗੱਲ। ਕਿਉਂ? ਫਿਰ ਕੀ ਕਹਿੰਦੇ? ਨਹੀਂ ਦੇਖੋ ਗੱਲ ਆਏ ਆ, RSS ਜਾਂ BJP ਉਹਦਾ ਪੋਲੀਟੀਕਲ ਫਰੰਟ ਹੈ, ਇਹ ਵਿਚਾਰਧਾਰਾ ਪਿੱਛੇ RSS ਦੀ ਚੱਲੀ ਹੈ, ਪੋਲੀਟੀਕਲ ਫਰੰਟ ਅੱਜ BJP ਹੈ, ਇਹ ਤਾਂ ਆਪਾਂ ਨੂੰ ਮੰਨਣਾ ਪਊਗਾ ਆਬਵੀਅਸਲੀ। ਹੁਣ ਪਰ ਇੱਥੋਂ ਤੱਕ ਗੱਲ ਨਹੀਂ ਆ, RSS ਨੇ ਆਪਦੀ ਵਿਚਾਰਧਾਰਾ ਫੈਲਾਉਣੀ ਆ। ਜੇ ਉਹਨਾਂ ਦੇ BJP ਲੋਟ ਆਉਂਦੀ ਆ ਤਾਂ BJP ਵਾਲੇ ਪਾਸੇ ਹੋ ਜਾਂਦੇ, ਜੇ ਕਾਂਗਰਸ ਲੋਟ ਆਉਂਦੀ ਆ ਕਿਤੇ। ਐਗਤੀ ਪੰਜਾਬ ਦੀਆਂ ਚੋਣਾਂ 'ਚ ਉਹਨਾਂ ਨੇ ਕਾਂਗਰਸ ਦੀ ਸ਼ਰੇਆਮ ਮਦਦ ਕੀਤੀ ਆ। ਕਿਉਂ? ਕਿਉਂਕਿ ਆਪਦੀ ਵਿਚਾਰਧਾਰਾ ਕਿਤੇ ਪੰਥਕ ਵਿਚਾਰਧਾਰਾ ਨਾ ਉੱਤੇ ਆ ਜੇ, ਕਿਤੇ ਸਾਡੀ ਸਿੱਖ ਸਿਆਸਤ ਨਾ ਉੱਤੇ ਆ ਜੇ। ਪੰਜਾਬ ਦੀ ਪੰਥ 'ਚ ਬੜੀ ਹੋਈ ਹੈ ਬਹੁਤ ਵੱਡੇ ਤੌਰ ਤੇ, ਤਾਂ ਸਾਨੂੰ ਸਾਰਿਆਂ ਨੂੰ ਪਤਾ। ਇਹ ਤਾਂ ਤੁਸੀਂ ਐਂ ਕਰੋ, ਮੈਨੂੰ ਛੱਡੋ, ਲੋਕਾਂ ਤੋਂ ਪੁੱਛ ਲਓ, ਲੋਕਾਂ ਤੋਂ ਪੁੱਛ ਲਓ। ਸਾਡੀਆਂ ਹੁਣ ਇਹਨਾਂ ਦੀ ਨਵੀਂ ਜਿਹੜੀ ਸਟ੍ਰੈਟਜੀ ਆ, ਉੱਥੇ ਪਹਿਲਾਂ ਸਟ੍ਰੈਟਜੀ ਇਹ ਸੀ ਵੀ ਇਹਨਾਂ ਦੀਆਂ ਪੰਥਕ ਜਥੇਬੰਦੀਆਂ ਤੇ ਆਪਦੇ ਬੰਦੇ ਬਿਠਾਓ, ਹਨਾ। ਹੁਣ ਸਟ੍ਰੈਟਜੀ ਇੱਥੋਂ ਵੀ ਗਾਂਹ ਤੁਰ ਪਈ ਵੀ ਇਹਨਾਂ ਦੀਆਂ ਪੰਥਕ ਜਥੇਬੰਦੀਆਂ ਪੈਦਾ ਹੀ ਨਾ ਹੋਣ ਦਿਓ, ਕਿਉਂਕਿ ਇਹਨਾਂ 'ਚ ਇੱਕ ਐਬਿਲਿਟੀ ਆ, ਜਿਹੜਾ ਪੰਥ ਆ ਨਾ, ਸਿੱਖ ਪੰਥ, ਉਹ ਜ਼ੀਰੋ ਤੋਂ ਹੀਰੋ ਰਾਤੇ ਰਾਤ ਹੋ ਜਾਂਦਾ। ਪੰਥ ਦਾ ਨਾਰਾ ਮਾਰ ਦਿੰਨੇ ਆਪਾਂ, ਜਿਵੇਂ ਮਿਸਲਾਂ 'ਚ ਜਦੋਂ ਸਿੰਘ ਨਾਰਾ ਮਾਰਦੇ ਸੀ ਵੀ ਜੇ ਪੰਥ ਹੀ ਨਹੀਂ ਰਹਾ ਤਾਂ ਗ੍ਰੰਥ ਕੌਣ ਮੰਨੇਗਾ। ਅੱਜ ਦੂਜੀ ਗੱਲ ਵੀ ਨਾਲ ਜੁੜ ਗਈ ਆ, ਇਹ ਤਾਂ ਹੈ ਹੀ ਹੈ, ਜੇ ਪੰਥ ਹੀ ਨਹੀਂ ਰਹਾ ਤਾਂ ਗ੍ਰੰਥ ਕੌਣ ਮੰਨੇਗਾ, ਗ੍ਰੰਥ ਨਹੀਂ ਰਹਾ ਤਾਂ ਪੰਥ ਕਿੱਥੋਂ ਰਹਿ ਜਾਊਗਾ। ਤੇ ਦੋਨੇ ਪਾਸਿਓਂ ਹਮਲਾ ਕਰ ਰਹੇ ਆ ਹੁਣ। ਸੋ ਆਪਾਂ ਜਦੋਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਆ ਬਾਈ, ਅਸੀਂ ਉਸ ਹੋਂਦ ਦੀ ਲੜਾਈ ਲੜ ਰਹੇ ਆ ਜਿਹੜਾ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ, ਜਿਹੜੀ ਸਿਆਸਤ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀ ਸੀ, ਜਿਹੜਾ ਧਰਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਚੱਲ ਕੇ 10 ਜਾਮਿਆਂ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਨੂੰ ਦਿੱਤਾ ਗਿਆ, ਤੇ ਜਿਹੜਾ ਪੰਥ ਸਾਜਿਆ ਗਿਆ। ਅਸੀਂ ਇਹ ਸਾਡੀ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਕਿ ਬੈਨ ਹੋਣੀ ਚਾਹੀਦੀ RSS, ਤੁਹਾਨੂੰ ਲੱਗਦਾ ਬੈਨ ਕੋਈ ਮਸਲਿਆਂ ਦਾ ਹੱਲ ਆ? ਕੀ ਹੱਲ ਆ ਫਿਰ? ਨਹੀਂ ਦੇਖੋ, ਜਾਂ ਤੁਹਾਨੂੰ ਲੱਗਦਾ ਇੱਕ ਵਿਚਾਰਧਾਰਾ ਹਿੰਦੂਤਵ ਦੀ ਹੈ, ਵੱਖ-ਵੱਖ ਵਿਚਾਰਧਾਰਾਵਾਂ ਨੇ ਨਾ ਦੇਸ਼ 'ਚ, ਨਹੀਂ ਉਹਨਾਂ ਨੇ ਸਹੀ ਵੱਖ-ਵੱਖ ਧਰਾਵਾਂ ਦੀ ਗੱਲ ਹੁੰਦੀ ਹੈ, ਵੱਖ-ਵੱਖ ਵਿਚਾਰਧਾਰਾਵਾਂ ਨੇ ਬਾਈ ਜੀ। ਤੁਹਾਨੂੰ ਕੀ ਲੱਗਦਾ ਇੱਕ ਵਿਚਾਰਧਾਰਾ ਦੂਜੀ ਵਿਚਾਰਧਾਰਾ ਦਾ ਜਵਾਬ ਹੁੰਦੀ ਹੈਗੀ, ਜਾਂ ਤੁਹਾਨੂੰ ਲੱਗਦਾ ਕੋਈ ਰਾਹ ਹੋਰ ਨੇਗੇ? ਨਹੀਂ ਦੇਖੋ, ਕਿਉਂ ਉਹਨਾਂ ਨੇ ਕਿਹਾ, ਗੱਲ ਨੂੰ ਸਮਝੀਏ ਤਾਂ ਸਹੀ। ਔਰ ਜਿਹੜਾ ਇਹਨਾਂ ਦਾ ਅੱਜ ਦਾ ਰੁੱਖ ਆ, ਜਿਵੇਂ ਇਹ ਜੋ ਇਹਨਾਂ ਨੇ ਆਪਦਾ ਇੱਕ ਤੁਸੀਂ ਇਹ ਕਹਿ ਲਓ ਵੀ ਇੱਕ ਰੁੱਖ ਇਖਤਿਆਰ ਕੀਤਾ ਹੋਇਆ, ਢੰਗ ਅਪਣਾਇਆ ਹੋਇਆ, ਉਸ ਢੰਗ ਨੂੰ ਦੇਖਦੇ ਹੋਏ ਤਾਂ ਬੈਨ ਹੋਣੀ ਚਾਹੀਦੀ ਆ। ਇਹ ਤਾਂ ਗੁੰਡੇ ਬਣੇ ਫਿਰਦੇ ਆ। ਦੇਖੋ ਵਿਚਾਰਧਾਰਾ ਹਿੰਦੂ ਰਾਸ਼ਟਰ ਦੀ ਕਿੱਥੋਂ ਨਿਕਲੀ? RSS ਚ ਗਈ, ਉਹਨਾਂ ਕੋਲੇ ਪਾਵਰ ਆ। BJP ਉਹਨਾਂ ਦੀ ਇੱਕ ਪਾਰਟੀ ਆ, ਅੱਜ ਪੋਲੀਟੀਕਲ ਪਾਰਟੀ ਜਿਹੜੀ ਸੱਤਾ 'ਚ ਬੈਠੀ ਆ, ਕੇਂਦਰ ਤੇ ਰਾਜ ਕਰ ਰਹੀ ਆ। ਹੁਣ ਉਹ ਵੀ ਖੁੱਲ੍ਹੇਆਮ ਪ੍ਰਗਟ ਰੂਪ 'ਚ ਕਹਿਣ ਲੱਗ ਗਏ ਵੀ ਅਸੀਂ ਹਿੰਦੂ ਰਾਸ਼ਟਰ ਸਿਰਜਾਂਗੇ। ਹੁਣ ਇੱਥੇ ਹੀ ਆ ਕੇ ਮੈਂ ਕਹਿੰਦਾ ਵੀ ਗੁਰਮਤ ਕਿਵੇਂ ਵੱਖਰੀ ਆ। ਅਸੀਂ ਵੰਨ ਸਵੰਨਤਾ 'ਚ ਵਿਸ਼ਵਾਸ ਰੱਖਦੇ ਹਾਂ, ਅਸੀਂ ਉਸ ਅਕਾਲ ਦੀ ਸਿਆਸਤ 'ਚ ਵਿਸ਼ਵਾਸ ਰੱਖਦੇ ਹਾਂ ਜਿਹਨੇ ਕਿਹਾ ਵੀ ਜੇ ਕਿਤੇ ਹਿੰਦੂ ਬੈਠਾ ਉਹ ਪੱਕਾ ਹਿੰਦੂ ਬਣ ਜੇ, ਜੇ ਮੁਸਲਿਮ ਆ ਤਾਂ ਪੱਕੇ ਪੰਜ ਨਮਾਜ਼ੀ ਮੁਸਲਿਮ ਬਣ ਜਾਣ, ਜੇ ਸਿੱਖ ਆ ਤਾਂ ਪੱਕੇ ਸਿੱਖ ਬਣੋ। ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਅਸੀਂ ਕਿਸੇ ਦੇ ਅਗੇਂਸਟ ਨਹੀਂ ਆ। ਅਸੀਂ ਤਾਂ ਵੰਨ ਸਵੰਨਤਾ, ਮਲਟੀ ਕਲਚਰਲ ਜਿਹੜੀ ਇੱਕ ਡਾਇਵਰਸਿਟੀ ਆ, ਉਹ ਤਾਂ ਪ੍ਰਮਾਤਮਾ ਦੀ, ਮਹਾਰਾਜ ਦੀ ਸਾਜੀ ਹੋਈ ਆ ਨਾ, ਉਹਨੂੰ ਅਸੀਂ ਖਰਾਬ ਨਹੀਂ ਕਰਾਂਗੇ। ਅਕਾਲ ਦੀ ਸਿਆਸਤ ਤਾਂ ਇਹੀ ਹੈ ਨਾ, ਅਕਾਲ ਦੀ ਸਿਆਸਤ ਇੱਕ ਖਿੱਤੇ ਦੀ ਸਿਆਸਤ ਤਾਂ ਨਹੀਂ ਹੋ ਸਕਦੀ, ਅਕਾਲ ਦੀ ਸਿਆਸਤ ਇੱਕ ਵਰਗ ਦੀ ਸਿਆਸਤ ਤਾਂ ਨਹੀਂ ਹੋ ਸਕਦੀ, ਉਹ ਤਾਂ ਇੱਕ ਸਾਂਝੀ ਸਿਆਸਤ। ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਪੰਥ ਦੇ ਅੰਦਰ ਵੀ ਵੜ ਰਹੇ ਨੇ ਉਹ, ਜਾਂ ਬੜੇ ਹੋਏ ਨੇ, ਤੁਸੀਂ ਇਹ ਕਹਿ ਰਹੇ ਹੋ RSS ਪੰਥ 'ਚ ਬੜੀ ਹੋਈ ਹੈ, ਤੁਸੀਂ ਇਹ ਕਹਿ ਰਹੇ ਹੋ। ਹਾਂਜੀ, ਤਾਂ ਤੁਹਾਨੂੰ ਲੱਗਦਾ ਕਦੇ ਪੰਥ ਤੇ ਉਹ ਕਬਜ਼ਾ ਕਰ ਸਕਦੀ ਹੈਗੀ? ਜਿਹੜੀ ਇਹ ਸਾਰੀ ਨੈਰੇਟਿਵ ਆ, ਜਿਹੜਾ ਉਹ ਚੀਜ਼ਾਂ ਲੈ ਕੇ ਆ ਰਹੇ ਨੇ, ਉਹ ਇਸੇ ਲਈ ਨੇਗੇ ਕਿ ਉਹ ਪੰਥ ਤੇ ਕਬਜ਼ਾ ਵੀ ਕਰ ਸਕਦੇ ਨੇ? ਕਬਜ਼ਾ ਕੀਤਾ ਹੋਇਆ ਕਰ ਕੀ ਸਕਦੇ ਆ।
ਆ ਦੇਖ ਲਓ ਤੁਸੀਂ ਪਿਛਲੇ 25-30 ਸਾਲਾਂ 'ਚ ਕੀ ਹੋਇਆ। ਸਾਡੀਆਂ ਸੰਸਥਾਵਾਂ, ਸਾਡੀਆਂ ਟਕਸਾਲਾਂ, ਸਾਡੀਆਂ ਸੰਪਰਦਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਤੇ ਕੁਐਸਚਨ ਉੱਠ ਗਏ। ਕਦੇ ਅਸੀਂ ਚੱਕ ਸਕਦੇ ਸੀ ਸਵਾਲ? ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਰਐਸਐਸ ਚਲਾਉਂਦੀ ਹੈ? ਨਹੀਂ ਦੇਖੋ ਸਵਾਲ ਸਪੈਸੀਫਿਕਲੀ ਇਸੇ ਕਰਕੇ ਸਪੈਸੀਫਿਕਲੀ ਪੁੱਛ ਰਿਹਾ ਤੁਹਾਡੇ ਬਿਲਕੁਲ ਨਹੀਂ, ਮੈਂ ਸਪੈਸੀਫਿਕਲੀ ਕਿਵੇਂ ਬੜੀ ਹੋਈ ਆਰਐਸਐਸ ਕਿਵੇਂ ਬੜੀ ਹੋਈ? ਸਪੈਸੀਫਿਕਲੀ ਜਵਾਬ ਦੇਣਾ। ਦੇਖੋ ਧਰਮ ਆ ਜਿਹੜਾ ਉਹ ਸਾਡੀ ਸਿਰ ਦੀ ਪੱਗ ਆ, ਸਿਆਸਤ ਆ ਪੈਰਾਂ ਦੀ ਜੁੱਤੀ ਆ। ਅੱਜ ਅਸੀਂ ਜਿਹੜੀ ਪੈਰਾਂ ਦੀ ਜੁੱਤੀ ਆ ਉਹ ਪੈਰਾਂ 'ਚ ਹੀ ਸੋਹਣੀ ਲੱਗਦੀ ਹੁੰਦੀ ਆ, ਧਰਮ ਸਿਰ ਤੇ ਹੀ, ਜੇ ਪੱਗ ਆ ਤਾਂ ਪੱਗ ਸਿਰ ਤੇ ਸੋਹਣੀ ਲੱਗਦੀ ਆ। ਅੱਜ ਹੋਇਆ ਕੀ ਪਿਆ, ਜਿਹੜੀ ਪੰਜਾਬ ਦੀ ਸਿਆਸਤ ਆ ਉੱਥੇ ਅਸੀਂ ਪੱਗ ਨੂੰ ਪੈਰਾਂ 'ਚ ਰੱਖਤਾ ਤੇ ਜੁੱਤੀ ਨੂੰ ਸਿਰ ਤੇ ਰੱਖੀ ਫਿਰਦੇ ਆ। ਗੱਲ ਸਮਝਦੇ ਹੋ ਨਾ ਤੁਸੀਂ? ਜਿਹੜੀਆਂ ਸੰਸਥਾਵਾਂ ਪਹਿਰੇਦਾਰੀ ਦਾ ਕੰਮ ਕਰਦੀਆਂ ਸੀ, ਧਰਮ ਪਹਿਰੇਦਾਰੀ ਦਾ ਕੰਮ ਕਰਦਾ ਸੀ ਸਿਆਸਤ ਤੇ, ਅੱਜ ਉਹ ਸਿਆਸਤ ਜਥੇਦਾਰ ਵੀ ਲਾਉਂਦੀ ਆ। ਅੱਜ ਉਹ ਸਿਆਸਤ ਹੋਰ ਤਖਤਾਂ ਦੇ ਜਥੇਦਾਰ, ਐਸਜੀਪੀਸੀ ਦੇ ਚੀਫ ਉਹ ਲਾਉਂਦੀ ਆ। ਹਾਲਾਂਕਿ ਹੋਣਾ ਉਲਟਾ ਚਾਹੀਦਾ ਸੀ। ਤੇ ਫਿਰ ਅਸੀਂ ਕਿਉਂ ਨਹੀਂ ਕਹਾਂਗੇ ਵੀ ਇੱਥੇ ਸੈਂਟਰ ਦੀ ਕਿੱਡੀ ਵੱਡੀ ਇਹਦੇ 'ਚ ਇੰਟਰਫੇਰੈਂਸ ਆ। ਜੇ ਐਡੀ ਵੱਡੀ ਇੰਟਰਫੇਰੈਂਸ ਆ ਇਹਦੇ ਤੇ ਸਵਾਲ ਨਾ ਉਠਾਈਏ। ਸਾਡਾ ਤਾਂ ਸਿਸਟਮ ਹੀ ਇਹ ਸੀ ਨਾ, ਸਿਆਸਤ ਤੇ ਕੁੰਡਾ ਜਿਹੜਾ ਪਹਿਰੇਦਾਰੀ ਦਾ ਲੱਗਿਆ ਹੁੰਦਾ ਸੀ ਉਹ ਸੰਸਥਾਵਾਂ ਦਾ ਲੱਗਿਆ ਹੁੰਦਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦਾ ਲੱਗਿਆ ਹੁੰਦਾ ਸੀ। ਸਿੱਖ ਸੰਸਥਾਵਾਂ ਜਿਨ੍ਹਾਂ 'ਚ ਆਪਾਂ ਟਕਸਾਲਾਂ ਕਹਿ ਲਓ, ਜਿਨ੍ਹਾਂ 'ਚ ਸਾਡੀਆਂ ਐਸਜੀਪੀਸੀ ਵੀ ਪਹਿਰੇਦਾਰੀ ਦਾ ਕੰਮ ਕਰਦੀ ਸੀ। ਅੱਜ ਉਲਟਾ ਹੋਇਆ ਪਿਆ। ਸਾਨੂੰ ਇਹ ਸਿਸਟਮ ਨੂੰ ਤਾਂ ਚੈਲੰਜ ਕਰਨਾ ਪਊਗਾ ਨਾ। ਹੁਣ ਇਹ ਆਰਐਸਐਸ ਕਿਵੇਂ ਆਰਐਸਐਸ? ਕਿਉਂਕਿ ਜਦੋਂ ਅਸੀਂ ਆਪਦੀ ਵਿਲੱਖਣਤਾ ਦਾ ਸੁਨੇਹਾ ਦਿੰਦੇ ਹਾਂ, ਆਪਦੀ ਵੰਨ-ਸੁਵੰਨਤਾ ਦਾ ਸੁਨੇਹਾ ਦਿੰਦੇ ਹਾਂ। ਦੇਖੋ ਅੱਜ ਕਿਸਾਨੀ ਦਾ ਸੰਘਰਸ਼ ਚੱਲ ਰਿਹਾ, ਕਿਸਾਨੀ ਦੇ ਸੰਘਰਸ਼ 'ਚ ਪੰਜਾਬ ਇਕੱਲਾ ਕਿਉਂ ਉੱਠਿਆ ਜਾਂ ਲੜੀ ਜਾਂਦਾ, ਬਾਕੀ ਕਿਉਂ ਨਹੀਂ ਆਇਆ ਇਸ ਇੰਨੇ ਪ੍ਰਗਟ ਰੂਪ 'ਚ ਜਾਂ ਇੰਨੀ ਇੰਟੈਂਸਿਟੀ ਨਾਲ ਲੜ ਰਹੇ? ਗੱਲ ਤਾਂ ਉਹੀ ਆ, ਜਿਹੜਾ ਦਿੱਲੀ ਦੀ ਸਿਆਸਤ ਐਕਸੈਪਟ ਕਰ ਗਿਆ, ਐਕਨੋਲਜ ਕਰ ਗਿਆ, ਉਹ ਨਹੀਂ ਲੜੂਗਾ। ਜਿਹੜਾ ਉੱਥੋਂ ਦੀ ਸਿਆਸਤ ਨਹੀਂ ਐਕਸੈਪਟ ਕਰੂਗਾ ਉਹ ਲੜੂਗਾ। ਹੁਣ ਰਾਹ ਕੀ ਹੈਗਾ? ਮਤਲਬ ਆਰਐਸਐਸ ਤੇ ਸਿੱਧੀ ਇੱਕ ਪੋਜੀਸ਼ਨ ਆਪਣੀ ਲੈ ਰਹੀ ਹੈ, ਦੱਸ ਰਹੀ ਹੈ ਕਿ ਅਸੀਂ ਕੌਣ ਆ, ਅਸੀਂ ਸਿੱਖਾਂ ਬਾਰੇ ਕੀ ਸੋਚਦੇ ਹਾਂ, ਪੰਜਾਬ ਬਾਰੇ ਕੀ ਸੋਚਦੇ ਹਾਂ। ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਇੱਕ ਸਮਝ ਆ ਗਈ। ਰਾਹ ਕੀ ਹੈਗਾ? ਦੇਖੋ ਪਹਿਲੀ ਗੱਲ ਤਾਂ ਇਹ ਸਮਝਣ ਦੀ ਜ਼ਰੂਰਤ ਆ ਵੀ ਜਿਹੜੀ ਲੜਾਈ ਆ ਉਹ ਸਾਡੇ ਘਰਾਂ ਤੱਕ ਆ ਗਈ ਹੈ। ਹੁਣ ਸਾਨੂੰ ਇੱਕ ਪਾਸਾ ਲੈਣਾ ਪੈਣਾ। ਹੁਣ ਵਿੱਚ ਕੋਈ ਰਾਹ ਨਹੀਂ ਬਚਿਆ। ਇੱਕ ਪਾਸੇ ਦਾ ਝੂਠ ਦੀ ਲੜਾਈ ਆ, ਝੂਠ ਹੀ ਆ ਨਾ, ਜਿੱਥੇ ਮਾਈਨੋਰਿਟੀ ਨੂੰ, ਘੱਟ ਗਿਣਤੀ ਨੂੰ ਖਤਮ ਕਰ ਲਓ। ਮੁਸਲਮਾਨਾਂ ਤੇ ਲੱਗੇ ਰਹੇ, ਸਿੱਖਾਂ ਤੇ ਲੱਗੇ ਰਹੇ, ਬੁੱਧਿਜ਼ਮ ਤੇ ਲੱਗੇ ਰਹੇ, ਜੈਨੀਆਂ ਤੇ ਲੱਗੇ ਰਹੇ, ਅਸਿਮੀਲੇਟ ਕਰਦੇ ਰਹੇ, ਹਨਾ। ਜਾਂ ਘੱਟ ਗਿਣਤੀ ਨੂੰ ਜਿਹੜੀ ਗੱਲ ਖਤਮ ਕਰਦੀ ਆ ਉਹ ਇੱਕ ਜਮਹੂਰੀਅਤ ਆ, ਮੈਜੋਰਿਟੇਰੀਅਨ ਸਿਸਟਮ ਆ ਵੀ ਜਿਹਦੇ ਕੋਲੇ ਮੈਜੋਰਿਟੀ ਆ ਇਹਦਾ ਰਾਜ ਵੀ ਉਹਦਾ ਹੀ ਹੋਊਗਾ ਤੇ ਨੀਤੀਆਂ ਵੀ ਉਹੀ ਘੜੂਗਾ। ਤਾਂ ਇਹਦਾ ਸਿੱਧੇ ਤੌਰ ਤੇ ਮਤਲਬ ਆ ਜਿੱਥੇ ਮਾਈਨੋਰਿਟੀ ਸੇਫ ਮਹਿਸੂਸ ਹੀ ਨਹੀਂ ਕਰ ਰਹੀ, ਇਹਦਾ ਮਤਲਬ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਕਿਤੇ ਨਾ ਕਿਤੇ ਗੜਬੜ ਆ ਸਿਸਟਮ 'ਚ। ਇਹ ਜਵਾਬ ਕੀ ਹੈ ਇਹਦਾ? ਸੋ ਰਾਹ ਇਹ ਆ ਵੀ ਇੱਕ ਪਾਸੇ ਝੂਠ ਆ ਤੇ ਇੱਕ ਪਾਸੇ ਸੱਚ ਆ। ਪਹਿਲਾਂ ਤਾਂ ਇਹ ਡਿਸਾਈਡ ਕਰ ਲਓ ਵੀ ਤੁਸੀਂ ਖੜਨਾ ਕਿਹੜੇ ਪਾਸੇ ਆ, ਝੂਠ ਵਾਲੇ ਪਾਸੇ ਖੜਨਾ ਕਿ ਸੱਚ ਵਾਲੇ ਪਾਸੇ ਖੜਨਾ। ਜੇ ਝੂਠ ਵਾਲੇ ਪਾਸੇ ਤਾਂ ਸਾਰੇ ਖੜੇ ਹੀ, ਅੱਜ ਪੰਜਾਬ ਜੇ ਬਾਗੀ ਹੋਇਆ ਤਾਂ ਸੱਚ ਵਾਲੇ ਪਾਸੇ ਖੜੇ ਆ ਤਾਂ ਹੀ ਬਾਗੀ ਹੋਇਆ। ਤਾਂ ਹੁਣ ਲੜਾਈ ਲੜਨੀ ਪਊਗੀ। ਜਦੋਂ ਲੜਾਈ ਲੜਨੀ ਆ ਇਸ ਟਾਈਮ, ਪਹਿਲਾਂ ਤਾਂ ਅਸੀਂ ਆਪਦੇ ਪੱਖ ਚੁਣ ਲਿਆ। ਉਹ ਜ਼ੁਲਮੀ ਤਾਂ ਆਪਦਾ ਕੰਮ ਕਰੀ ਜਾਂਦਾ। ਹੁਣ ਅਸੀਂ ਕੰਮ ਇਹਦਾ ਰਾਹ ਜਾਂ ਇਹਦੀ ਜਿੱਤ ਕਿੱਥੇ ਪਈ ਆ, ਉਹ ਤਾਂ ਰਾਹ ਤਾਂ ਉਹੀ ਆ ਨਾ ਵੀ ਜਿੱਤ ਕਿੱਥੇ ਪਈ ਆ। ਜਿੱਤ 1699 'ਚ ਹੀ ਪਈ ਆ। ਇਤਿਹਾਸ 'ਚੋਂ ਹੀ ਅਸੀਂ ਕੋਈ ਨਾ ਕੋਈ ਚੀਜ਼ਾਂ ਆਪਦੀਆਂ ਸਿੱਖ ਕੇ ਅਗਲੀਆਂ ਸੇਧਾਂ ਲੈਣੇ ਹੁੰਦੇ ਆ ਨਾ, ਪ੍ਰੇਰਨਾ ਲੈਣੇ ਹੁੰਦੇ ਆ। ਰਾਹ ਸਾਨੂੰ ਵੰਡਿਆ ਗਿਆ ਜਮਾਤਾਂ 'ਚ, ਵਰਗਾਂ 'ਚ, ਦਰਜਾ ਬਦਰਜੀ, ਊਚ ਨੀਚ, ਫਲਾਨਾ ਜੱਟ, ਝੌਰ, ਸ਼ੀਂਬੇ, ਨਾਈ, ਸੈਣੀ, ਇਹ ਜਿਹੜਾ ਸਭ ਕੁਝ ਹੋਇਆ ਪਿਆ। ਮੈਂ ਤੁਹਾਨੂੰ ਉਹੀ ਉੱਥੇ ਹੀ ਆਉਣਾ। ਪੰਥਿਕ ਝੰਡੇ ਥੱਲੇ ਨਹੀਂ ਹੈਗਾ। ਗੱਲ ਇਹੀ ਆ, ਸਾਨੂੰ ਜੇ ਰਾਹ ਇਹ ਆ, ਜੇ ਜਿੱਤਣਾ ਤਾਂ ਜਦੋਂ ਪਹਿਲਾਂ ਅਸੀਂ ਰਾਜ ਲਿਆ ਸੀ ਨਾ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸਾਰੇ ਲੜੇ ਸੀ, ਉਦੋਂ ਇਹੀ ਗੱਲ ਕਰਕੇ ਜਦੋਂ ਬਾਹਰੋਂ ਹਮਲਾਵਰ ਆਉਂਦਾ ਸੀ ਮਿਸਲਾਂ 'ਚ ਕਿੰਨੇ ਵਖਰੇਵੇਂ ਸੀ, ਪਰ ਸਭ ਲੜਦੇ ਸੀ ਵੀ ਆਜੋ ਪੰਥ ਖਤਰੇ 'ਚ ਆ ਜੀ, ਆਜੋ। ਗੱਲ ਇਕੱਲੇ ਪੰਥ ਦੀ ਨਹੀਂ, ਅੱਜ ਪੰਜਾਬ ਖਤਰੇ 'ਚ। ਤੇ ਪੰਜਾਬ ਨੂੰ ਇਹ ਗੱਲ ਸਮਝਣੀ ਪੈਣੀ ਆ, ਲੜਾਈ ਸਾਂਝੀ ਆ। ਸਾਨੂੰ ਆਪਸੀ ਵਖਰੇਵੇਂ ਖਤਮ ਕਰਕੇ ਸਾਨੂੰ ਲੜਨਾ ਪਊਗਾ ਇਕੱਠੇ ਹੋ ਕੇ। ਇੱਥੇ ਕੋਈ ਜੱਟ ਨਹੀਂ ਆ, ਕੋਈ ਝੌਰ ਨਹੀਂ ਆ, ਕੋਈ ਸੈਣੀ ਨਹੀਂ ਆ, ਕੋਈ ਹਿੰਦੂ ਨਹੀਂ ਆ, ਕੋਈ ਮੁਸਲਮਾਨ ਨਹੀਂ ਆ। ਅੱਜ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਇਕੱਠੇ ਹੋ ਕੇ ਲੜੋਗੇ, ਜਿੱਤ ਲਾਂਗੇ। ਮੋਰਚੇ ਅਲੱਗ-ਅਲੱਗ ਕਿਉਂ ਨੇ ਫਿਰ? ਦੇਖੋ ਮੋਰਚਿਆਂ ਦਾ ਅੱਡ-ਅੱਡ ਹੋਣਾ ਮਤਲਬ ਇਹ ਨਹੀਂ ਆ ਵੀ ਅਸੀਂ ਵੱਖ ਹਾਂ। ਮੋਰਚੇ ਤਾਂ ਜਦੋਂ ਇੱਕ ਸੰਘਰਸ਼ ਲੜਿਆ ਜਾਂਦਾ ਹਮੇਸ਼ਾ ਹੀ ਵੱਖ-ਵੱਖਰੀ ਥਾਂ ਤੋਂ ਲਾਏ ਜਾਂਦੇ ਆ, ਪਰ ਇੱਕ ਮਕਸਦ ਲਈ
ਅੱਜ ਇਹ ਗੱਲ ਪੰਜਾਬ 'ਚ ਤੁਸੀਂ ਵੀ ਮੰਨੋਗੇ। ਤੁਹਾਨੂੰ ਪਤਾ ਇਹ ਗੱਲ ਕਿ ਨਹੀਂ ਆਰਐਸਐਸ ਦੇ 100 ਸਾਲ ਲਗਭਗ ਹੋ ਜਾਣੇ ਆ। ਹਾਂਜੀ। ਆਰਐਸਐਸ ਇੱਕ ਵੀ ਡਿਵੀਜ਼ਨ ਨਹੀਂ ਹੋਈ ਅਜੇ ਤੱਕ। ਨਹੀਂ ਭਾਈ, ਇੱਥੇ ਹੀ ਤਾਂ ਅਸੀਂ ਮਾਰ ਕਿੱਥੇ ਇੱਕ ਖਾਧੀ ਵੀ ਆ? ਡਿਵੀਜ਼ਨ ਆਰਐਸਐਸ 'ਚ ਨਹੀਂ ਹੋਈ। ਹਾਂ ਬਿਲਕੁਲ, ਅਸੀਂ ਮਾਰ ਕਿੱਥੇ? ਸਿੱਖਾਂ 'ਚ ਕਿੰਨੀਆਂ ਡਿਵੀਜ਼ਨਾਂ ਹੋਈਆਂ? ਨਹੀਂ ਇਹ ਡਿਵੀਜ਼ਨ ਪੰਜਾਬੀਆਂ 'ਚ ਕਿੰਨੀਆਂ ਡਿਵੀਜ਼ਨਾਂ ਹੋਈਆਂ? ਨਹੀਂ ਮੈਂ ਮੰਨਦਾ, ਇੱਕ ਵੀ ਡਿਵੀਜ਼ਨ ਨਹੀਂ ਹੋਈ ਆਰਐਸਐਸ 'ਚ। ਅਸੀਂ ਸਫ਼ਰ ਕਿਉਂ ਕਰ ਰਹੇ ਹਾਂ? ਅੱਜ ਆਪਾਂ ਜਿੱਥੇ ਖੜੇ ਆ, ਸੰਘਰਸ਼ 'ਚ ਸਾਡਾ ਏਡਾ ਵੱਡਾ ਜਿਹੜਾ ਉਭਾਰ ਆਇਆ ਤੇ ਸਾਡੇ ਤੇ ਜੋ ਮਸਲੇ ਸਾਨੂੰ ਦਿੱਤੇ ਗਏ ਆ, ਇਹਦੀ ਵਜ੍ਹਾ ਤਾਂ ਕੋਈ ਹੈ ਨਾ, ਕਿਤੇ ਤਾਂ ਖਤਾ ਖਾਧੀ ਹੈ ਨਾ ਆਪਾਂ। ਉਹ ਡਿਵੀਜ਼ਨ ਤੁਸੀਂ ਕਹੋ ਵੀ ਅਸੀਂ ਆਪੇ ਹੀ ਕਰਾ ਲੀਆਂ, ਨਹੀਂ, ਹਮਲੇ ਹੋਏ ਆ। ਹਮਲੇ ਕਿਵੇਂ ਹੋਏ ਆ? ਆਪਾਂ ਸਿੱਖੀ ਦੀ ਗੱਲ ਕਰਦੇ ਹਾਂ। ਪਹਿਲਾ ਹਮਲਾ ਹੋਇਆ, ਸਾਨੂੰ ਇਹ ਕਿਹਾ ਗਿਆ ਬਹੁਤ ਵੱਡੇ ਲੈਵਲ ਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਗ੍ਰੰਥ ਆ, ਗਿਆਨ ਦਾ ਸਰੋਤ ਆ, ਉੱਥੋਂ ਗਿਆਨ ਲਓ ਤੇ ਗੱਲ ਖਤਮ। ਬਾਈ ਜੀ, ਗਿਆਨ ਦਾ ਸਰੋਤ ਹੁੰਦਾ ਤੇ ਆਹ ਇਤਿਹਾਸ ਨਹੀਂ ਨਾ ਸਿਰਜਿਆ ਜਾਣਾ ਸੀ। ਗਿਆਨ ਤਾਂ ਅਮਰੀਕਾ 'ਚ ਵੀ ਪੈਦਾ ਹੋਇਆ, ਗਿਆਨ ਤਾਂ ਯੂਰਪ 'ਚ ਵੀ ਪੈਦਾ ਹੋਇਆ। ਕਦੇ ਆਹ ਇਤਿਹਾਸ ਸਿਰਜਿਆ ਗਿਆ ਤੇ ਇਤਿਹਾਸ 'ਚ ਵੀ ਸ਼ਹਾਦਤਾਂ ਤੇ ਮਿੱਥ ਸਿਰਜੇ ਜਾਣ ਉੱਥੇ। ਸੋ ਗਿਆਨ ਦੇ ਸਰੋਤ ਨੂੰ ਮੱਥੇ ਨਹੀਂ ਟੇਕਦੇ ਹੁੰਦੇ। ਤੁਹਾਨੂੰ ਤੁਹਾਡੀ ਵਿਸ਼ਵਾਸ ਤੋਂ, ਤੁਹਾਡੇ ਭਰੋਸੇ ਤੋਂ ਤੋੜ ਦਿੱਤਾ। ਨਿਸ਼ਚੈ ਕਰ ਆਪਣੀ ਜੀਤ ਕਰੋ, ਨਿਸ਼ਚੈ ਹੀ ਨਹੀਂ ਹੈ ਨਾ ਸਾਡੇ 'ਚ। ਦੂਜਾ ਹਮਲਾ ਹੋਇਆ ਵੀ ਗੁਰੂ ਆ ਜਿਹੜਾ ਉਹ ਦੇਹਧਾਰੀ ਹੋ ਸਕਦਾ। ਠੀਕ ਆ, 10 ਗੁਰੂ ਠੀਕ ਸੀ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਰੋਤ ਆ ਤੇ ਹੁਣ ਜਿਹੜਾ ਗੁਰੂ ਆ ਦੇਹਧਾਰੀ ਹੋ ਸਕਦਾ। ਤਾਂ ਡੇਰਾ ਸਿਸਟਮ ਕਿੱਥੋਂ ਆਇਆ? ਉਹ ਰੱਖੀ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਪਏ ਹੁੰਦੇ ਆ, ਪਰ ਨਾਲ ਗੁਰੂ ਬਣ ਕੇ ਬੈਠਾ ਹੁੰਦਾ ਕੋਈ। ਅਗਲਾ ਹਮਲਾ ਤੁਸੀਂ ਦੇਖੋ, ਹਮਲੇ ਕਿਵੇਂ, ਤੁਹਾਨੂੰ ਵੰਡਿਆ ਕਿਵੇਂ ਗਿਆ। ਆਪਾਂ ਅੱਜ ਕਹਿੰਦੇ ਆ ਕਿਉਂ? ਇਹ ਸਭ ਕੁਝ ਇੱਥੋਂ ਹੀ ਨਿਕਲਿਆ, ਇਸੇ ਬੂਟੇ 'ਚੋਂ ਨਿਕਲਿਆ। ਪਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਹੋਇਆ ਜੇਕਰ ਸ਼ਾਖਾਂ ਇਸ ਦੀਆਂ, ਕੋਈ ਪੂਰਬ ਚਲੀ ਗਈ, ਕੋਈ ਪੱਛਮ ਚਲੀ ਗਈ, ਪਰ ਮੁੱਢ ਤਾਂ ਇੱਕੋ ਹੀ ਆ ਤੇ ਖੂਨ ਵੀ ਸਾਂਝਾ ਹੈ। ਇਹ ਕਿਹੜਾ ਬੂਟਾ ਹੈ? ਸਿੱਖੀ ਦਾ ਬੂਟਾ ਹੈ। ਜਦੋਂ ਤੱਕ ਸਾਨੂੰ ਸਾਡਾ ਮੁੱਢ ਇੱਕੋ ਹੀ ਆ ਤੇ ਖੂਨ ਸਾਂਝੇ ਵਾਲਾ ਅਹਿਸਾਸ ਨਹੀਂ ਆਊਗਾ ਨਾ, ਸਾਡੀ ਜਿੱਤ ਨਹੀਂ। ਡਿਵੀਜ਼ਨਾਂ ਕੱਲੀਆਂ ਵਿਰੋਧੀਆਂ ਤੇ ਤਾਂ ਨਹੀਂ ਮੜੀਆਂ ਜਾ ਸਕਦੀਆਂ, ਡਿਵੀਜ਼ਨਾਂ ਇੰਟਰਨਲ ਵੀ ਤੇ ਨੇ ਨਾ ਬਾਈ। ਇੰਟਰਨਲ ਆਏ ਆ ਨਾ, ਜਦੋਂ ਤੁਹਾਨੂੰ ਤੁਹਾਡੇ ਸਿਧਾਂਤਾਂ ਤੋਂ, ਤੁਹਾਡੇ ਅਮਲਾਂ ਤੋਂ ਦੂਰ ਕਰਤਾ। ਅੱਜ ਪੰਜਾਬ ਦੀ ਜੇ ਆਪਾਂ ਕਹੀਏ ਸਿਆਸਤ ਦੀ ਗੱਲ ਕਰੀਏ, ਧਰਮ ਦੀ ਗੱਲ ਕਰੀਏ, ਅਸੀਂ ਪੰਥ ਦੀ ਜਾਂ ਪੰਜਾਬ ਦੀ ਅਧੀਨਗੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਧੀਨਗੀ ਹੋਣੀ ਚਾਹੀਦੀ ਹੈ। ਅਸੀਂ ਦਿੱਲੀ ਤਖਤ ਦੇ ਅਧੀਨ ਥੋੜੀ ਸੀ ਕਦੇ। ਦੇਖੋ ਸਾਡਾ ਕਿਵੇਂ ਬਦਲੇ ਗਈ ਆ ਗੱਲ। ਸਾਡਾ ਧਰਮ ਵੀ ਅਕਾਲ ਦਾ ਧਰਮ, ਜਿਹਦੇ 'ਚ ਕੋਈ ਇੱਕ ਵਰਗ ਦੀ ਗੱਲ ਨਹੀਂ ਸੀ। ਜੇ ਮੰਨ ਲਓ ਅੱਜ ਸਾਡਾ ਰਾਜ ਅਮਰੀਕਾ ਤੇ ਹੋਵੇ, ਅਸੀਂ ਕਾਲਿਆਂ ਨੂੰ ਇਹ ਥੋੜੀ ਕਹਾਂਗੇ ਤੁਸੀਂ ਸਿੱਖ ਬਣ ਜਾਓ ਜਾਂ ਮਾਸ ਨਾ ਖਾਓ। ਉਹਦਾ ਅਕਾਲ ਨੇ, ਵਾਹਿਗੁਰੂ ਨੇ ਸਾਜੀ ਆ ਨਾ ਇੱਕ ਧਰਤੀ, ਤੇ ਉੱਥੇ ਲੋਕ ਵੀ ਉਹੋ ਜਿਹੇ ਪੈਦਾ ਕੀਤੇ ਆ। ਉਹਨਾਂ ਦੀ ਜੋ ਰਵਾਇਤਾਂ, ਗਿਆਨ ਵਿਗਿਆਨ ਆ, ਉਹਨਾਂ ਨੂੰ ਉਵੇਂ ਰਹਿਣ ਦਿਓ। ਵੰਨ ਸਵੰਨਤਾ ਅਕਾਲ ਪੁਰਖ ਦਾ ਵਰਤਾਰਾ ਹੀ ਇਹ ਆ ਨਾ। ਉਸੇ ਤਰ੍ਹਾਂ ਜੇ ਅਕਾਲ ਦੀ ਸਿਆਸਤ ਆ ਤਾਂ ਉਹ ਅਕਾਲ ਪੁਰਖ ਦੇ ਹਿਸਾਬ ਨਾਲ ਸਿਆਸਤ ਕਦੇ ਹੋਈ ਪੰਜਾਬ 'ਚ? ਕਦੇ ਵੀ ਨਹੀਂ, ਕਿਸੇ ਪਾਰਟੀ ਨੇ ਵੀ ਨਹੀਂ ਕੀਤੀ। ਤੇ ਸਾਨੂੰ ਉਹਨਾਂ ਅਮਲਾਂ ਤੋਂ ਕਰਤਾ ਦੂਰ। ਅਸੀਂ ਅਧੀਨਗੀ ਅੱਜ ਸੰਵਿਧਾਨ ਦੀ ਮੰਨਦੇ ਆ, ਪਰ ਸਾਡਾ ਸੰਵਿਧਾਨ ਤੇ ਸਾਡਾ ਮਾਡਲ ਤਾਂ ਕੁਝ ਹੋਰ ਸੀ ਨਾ। ਜੇ ਆਪਾਂ ਇਸ ਖਿੱਤੇ ਦੀ ਗੱਲ ਕਰੀਏ ਜਿਹਨੂੰ ਗੁਰੂਆਂ ਪੀਰਾਂ ਨੇ ਆਪਾਂ ਕਹਿੰਦੇ ਆ ਧਰਤੀ ਸਾਜੀ ਆ, ਇਹਨਾਂ ਗੱਲਾਂ ਨੂੰ ਸਮਝਣਾ ਪਊਗਾ ਬਾਈ ਜੀ। ਮੈਂ ਉਹ ਕਹਿ ਰਾਂਗਾ ਕਿ ਇਹ ਅੰਦਰੂਨੀ ਤੇ ਬਾਹਰੀ ਦੋਵੇਂ ਸਮੱਸਿਆਵਾਂ ਸੀ ਨਾ। ਫਿਰ ਬਾਈ ਜੀ ਸਿਰ ਬਾਹਰੀ ਸੀ। ਨਹੀਂ, ਦੇਖੋ, ਸਮਾਜ ਨੂੰ ਜਦੋਂ ਸਮਝਣਾ ਹੋਵੇ, ਸਮਾਜ ਨੂੰ ਸਮਝਣ ਵਾਸਤੇ ਸਮਾਜ ਦੀ ਬੁਨਿਆਦੀ ਜਿਹੜੀ ਇੱਕ ਤੁਸੀਂ ਕਹਿ ਲਓ ਨੀਂਹ ਆ, ਉਹ ਕਿਹੜੀਆਂ ਕਦਰਾਂ ਕੀਮਤਾਂ ਤੇ ਖੜੀ ਆ, ਉਹਦੇ ਸਿਧਾਂਤ ਕਿਹੜੇ ਆ, ਉੱਥੋਂ ਹੀ ਸਮਾਜ ਸਿਰਜਿਆ ਜਾਂਦਾ ਨਾ। ਉਹਨਾਂ ਕਦਰਾਂ ਕੀਮਤਾਂ ਤੇ ਸਿਧਾਂਤਾਂ ਤੋਂ ਦੂਰ ਹੋ ਜਾਓਗੇ ਤਾਂ ਤੁਹਾਡੇ ਸਮਾਜ ਦੀ ਬਣਤਰ ਕੁਝ ਹੋਰ ਬਣ ਜੂਗੀ ਜੋ ਹੋਇਆ। ਸੋ ਅੰਦਰੂਨੀ ਤੇ ਬਾਹਰੀ ਦੋਨੇ ਹੀ ਗੜਬੜਾਂ ਉੱਥੋਂ ਹੋਣਗੀਆਂ। ਸੋ ਸਮਾਜ ਨੂੰ ਸਮਝਣ ਵਾਸਤੇ ਜੇ ਅਸੀਂ ਕਦਰਾਂ ਕੀਮਤਾਂ ਨੂੰ ਹੀ ਨਹੀਂ ਸਮਝਾਂਗੇ ਜਾਂ ਸਾਡੇ ਫਲਸਫੇ ਸਿਧਾਂਤ ਕੀ ਸੀ ਤੇ ਅਸੀਂ ਕਹਾਂਗੇ ਗੜਬੜਾਂ ਹੋਣਗੀਆਂ, ਇਹਦਾ ਮਤਲਬ ਅਸੀਂ ਮਸਲਿਆਂ ਨੂੰ ਮੁਖਾਤਮ ਹੁੰਦੇ ਰਹੇ, ਕਦੇ ਹਾਲਾਤਾਂ ਨੂੰ ਮੁਖਾਤਮ ਨਹੀਂ ਹੋਏ। ਮਸਲਿਆਂ ਨੂੰ ਮੁਖਾਤਮ ਹੋ ਕੇ ਤਾਂ ਹੱਲ ਨਹੀਂ ਮਿਲਣੇ। ਉਹ ਮਸਲੇ ਕਿਹੜੇ ਹਾਲਾਤਾਂ ਨੇ ਪੈਦਾ ਕੀਤੇ ਆ, ਉਹਨਾਂ ਨੂੰ ਮੁਖਾਤਮ ਹੋਵਾਂਗੇ ਤਾਂ ਹੱਲ ਮਿਲਣਗੇ। ਧੰਨਵਾਦ ਬਾਈ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ।